ਗੌੜੀ ਰਾਗ ਦੇ ਅੰਦਰ ਸ੍ਰੀ ਪਾਤਸ਼ਾਹ ਕਬੀਰ ਸਾਹਿਬ ਇਹਨਾਂ ਸ਼ਬਦਾਂ ਦੁਆਰਾ ਸੋਝੀ ਬਖਸ਼ਦੇ ਹੈ। ਗੌੜੀ ਕਬੀਰ ਜੀ ਸੰਧਿਆ ਪ੍ਰਾਂਤ ਇਸ਼ਨਾਨ ਕਰਾਹੀ, ਜਿਉਂ ਪਏ ਦਾਦਰ ਪਾਨੀ ਮਾਹੀ। ਜਿਵੇਂ ਪਿੱਛੇ ਵੀ ਆਪਾਂ ਨੇ ਕੱਲ ਜਿਹੜਾ ਸ਼ਬਦ ਸੀ ਉਸ ਦੀ ਵਿਚਾਰ ਕੀਤੀ ਵੀ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਇਹ ਸਾਰਾ ਸ਼ਬਦ ਉਸੇ ਤਰ੍ਹਾਂ ਹੀ ਇਸ ਸ਼ਬਦ ਦੇ ਅੰਦਰ ਪਾਤਸ਼ਾਹ ਇੱਕ ਪੰਡਤ ਦੇ ਉੱਪਰ ਚੋਟ ਕਰਦੇ ਆ, ਤਰਕ ਕਰਦੇ ਆ ਔਰ ਉਹਨੂੰ ਸਹੀ ਰਸਤਾ ਦੱਸਦੇ ਆ। ਜਿਵੇਂ ਡਾਕਟਰ ਕਿਸੇ ਦਾ ਰੋਗ ਕੱਟਣ ਵਾਸਤੇ ਉਹਦਾ ਆਪਰੇਸ਼ਨ ਕਰਦਾ, ਉਸੇ ਤਰ੍ਹਾਂ ਹੀ ਭਗਤ ਸਾਹਿਬਾਨ বা ਗੁਰਸਿੱਖ ਜਿਹੜੇ ਧਾਰਮਿਕ ਲੋਕ ਹੁੰਦੇ ਆ ਸੰਸਾਰੀ ਤੌਰ ਤੇ, ਉਹਨਾਂ ਦੇ ਅੰਦਰ ਜਿਹੜਾ ਹਉਮੈ ਦਾ ਦੀਰਘ ਰੋਗ ਹੈ ਉਸ ਨੂੰ ਦੂਰ ਕਰਨ ਵਾਸਤੇ ਆਪਰੇਸ਼ਨ ਕਰਦੇ ਆ। ਪਾਤਸ਼ਾਹ ਕਹਿੰਦੇ ਸੰਧਿਆ ਪ੍ਰਾਂਤ ਇਸ਼ਨਾਨ ਕਰਾਹੀ। ਹੁਣ ਉਹ ਪੰਡਤ ਕਿਹਦੇ ਜ਼ੋਰ ਦਿੰਦਾ ਸੀ? ਉਹ ਇਸ਼ਨਾਨ ਕਰਨ ਤੇ ਜ਼ੋਰ ਦਿੰਦਾ ਸੀ। ਹੁਣ ਇਸ਼ਨਾਨ ਸ਼ਬਦ ਤਾਂ ਵਰਤ ਲਿਆ ਕਿਉਂਕਿ ਪੰਡਤ ਉਹਨੂੰ ਇਸ਼ਨਾਨ ਮੰਨਦਾ, ਭਗਤ ਨਹੀਂ ਮੰਨਦੇ। ਭਗਤਾਂ ਦਾ ਇਸ਼ਨਾਨ ਹੋਰ ਹੈ, ਸਰੀਰ ਨੂੰ ਧੋਣਾ, ਪਿੰਡਾ ਨਹਾਉਣਾ। ਪਰ ਉਹ ਮੰਨਦੇ ਸੀ ਵੀ ਅਸੀਂ ਇਸ਼ਨਾਨ ਕਰਦੇ ਹਾਂ, ਤਾਂ ਪਾਤਸ਼ਾਹ ਉਹਨਾਂ ਦੇ ਸ਼ਬਦਾਂ ਦੇ ਵਿੱਚ ਹੀ ਉਹਨਾਂ ਨੂੰ ਸਮਝਾਉਂਦੇ ਆ ਕਿ ਸੰਧਿਆ ਪ੍ਰਾਂਤ ਇਸ਼ਨਾਨ ਕਰਾਹੀ, ਵੀ ਜਿਵੇਂ ਤੁਸੀਂ ਦੋਏ ਵੇਲੇ ਇਸ਼ਨਾਨ ਕਰਦੇ ਹੋ, ਵੀ ਤੜਕੇ ਉੱਠ ਕੇ ਵੀ ਇਸ਼ਨਾਨ ਕਰਨਾ, ਫਿਰ ਸ਼ਾਮ ਨੂੰ ਵੀ ਇਸ਼ਨਾਨ ਕਰਨਾ, ਸੁੱਚਮ ਰੱਖਣੀ ਹੈ। ਕਹਿੰਦੇ ਇਹ ਤਾਂ ਉਹ ਗੱਲ ਹੈ ਜਿਉਂ ਪਏ ਦਾਦਰ ਪਾਨੀ ਮਾਹੀ। ਕਿੱਡੀ ਤਰਕ ਕੀਤੀ ਪਾਤਸ਼ਾਹ ਨੇ ਕਿ ਉਸ ਬ੍ਰਾਹਮਣ ਨੂੰ, ਉਸ ਪੰਡਤ ਨੂੰ ਇੱਕ ਡੱਡੂ ਨਾ ਜੋੜ ਦਿੱਤਾ। ਵੀ ਡੱਡੂ ਤਾਂ ਫਿਰ ਰਹਿੰਦਾ ਹੀ ਪਾਣੀ 'ਚ ਹੈ, ਮੱਛੀ ਰਹਿੰਦੀ ਤਾਂ ਪਾਣੀ 'ਚ ਹੀ ਹੈ, ਫਿਰ ਤਾਂ ਉਹਦਾ ਇਸ਼ਨਾਨ ਹੋ ਰਿਹਾ, ਹੁਣ ਤਾਂ ਮੈਲ ਲੱਗਦੀ ਨਹੀਂ। ਜਿਉਂ ਪਏ ਦਾਦਰ ਪਾਨੀ ਮਾਹੀ, ਕਹਿੰਦੇ ਤਾਂ ਫਿਰ ਉਹ ਡੱਡੂਆਂ ਵਾਂਗੂ ਹੀ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ ਰਹਾ। ਪਾਤਸ਼ਾਹ ਕਹਿੰਦੇ ਜਿਹੜਾ ਕੰਮ ਕਰਨਾ ਆਏ ਸੀ ਉਹ ਤਾਂ ਅਸੀਂ ਕੀਤਾ ਨਹੀਂ। ਅਸਲੀ ਇਸ਼ਨਾਨ ਤਾਂ ਆਏ ਜੋ ਪੈ ਰਾਮ ਰਾਮ ਰਤ ਨਾਹੀ। ਜਿਹੜਾ ਰਾਮ ਹੈ ਸਾਡਾ ਮੂਲ ਹੈ ਸਵੈਮ ਦਾ, ਜੇ ਅਸੀਂ ਉਹਦੇ ਨਾਲ ਹੀ ਨਾ ਜੁੜੇ, ਆਪਣੇ ਮੂਲ ਨਾਲ ਨਹੀਂ ਜੁੜੇ, ਰਾਮ ਰਾਮ ਤਾਂ ਆਖਿਆ ਕਿ ਕਿਸੇ ਗੱਲ ਤੇ ਜ਼ੋਰ ਦਿੱਤਾ। ਜਿਵੇਂ ਆਪਾਂ ਆਮ ਕਹਿੰਦੇ ਨੇ ਵੀ ਕਾਕਾ ਮੈਂ ਤੈਨੂੰ ਇਹ ਗੱਲ ਧਿਆਨ ਨਾਲ ਸੁਣ, ਤੈਨੂੰ ਸਮਝਾਉਣਾ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜੋ ਪੈ ਰਾਮ ਰਾਮ ਰਤ ਨਾਹੀ, ਵੀ ਤੂੰ ਰਾਮ ਸਰੂਪ ਹੈ, ਸ਼ੁੱਧ ਸਰੂਪ ਹੈ, ਤੂੰ ਆਪਣੇ ਆਪ ਨੂੰ ਨਹੀਂ ਜਾਣਦਾ, ਤੂੰ ਆਪਣੇ ਆਪ ਨੂੰ ਨਹੀਂ ਸਮਝਦਾ, ਤੂੰ ਆਪਣੇ ਆਪ ਨਾਲ ਨਹੀਂ ਜੁੜਦਾ। ਜਿਹੜਾ ਆਪਣੇ ਆਪ ਨਾਲ ਨਹੀਂ ਜੁੜਦਾ, ਜਿਹਨੇ ਆਪਣੇ ਰਾਮ ਨੂੰ ਨਹੀਂ ਜਾਣਿਆ, ਉਹਨਾਂ ਨੂੰ ਕੀ ਹੈ? ਪਾਤਸ਼ਾਹ ਕਹਿੰਦੇ ਤੇ ਸਭ ਧਰਮ ਰਾਏ ਕਹਿ ਜਾਏ। ਕਹਿੰਦੇ ਉਹ ਸਭ ਫਿਰ ਧਰਮ ਰਾਜ ਕੁੜੀ ਜਾਣਗੇ। ਹੁਣ ਧਰਮ ਰਾਏ ਕੌਣ ਹੈ? ਸੱਚ ਦੀ ਕਚਹਿਰੀ, ਉਹ ਸੱਚ ਦੇ ਅੱਗੇ ਪੇਸ਼ ਹੋਣਗੇ। ਸੱਚ ਕੀ ਹੈ? ਸਾਡਾ ਆਪਣਾ ਮੂਲ ਹੈ। ਜਦੋਂ ਅਸੀਂ ਸੱਚ ਨਾਲ ਜੁੜੇ ਹੀ ਨਹੀਂ, ਜੁੜੇ ਝੂਠ ਨਾਲ ਹੋਏ ਹਾਂ, ਤੇ ਸਾਡੇ ਅੰਦਰੋਂ ਭੈ ਨਹੀਂ ਜਾਣੀ, ਸਾਡੇ ਅੰਦਰੋਂ ਈਰਖਾ ਨਹੀਂ ਜਾਣੀ, ਸਾਡੇ ਅੰਦਰੋਂ ਦਵੈਸ਼ ਨਹੀਂ ਜਾਣੀ, ਤਾਂ ਫਿਰ ਪ੍ਰਾਪਤੀ ਨਹੀਂ ਹੈ। ਫਿਰ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ ਹੈ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੀ।
ਫਿਰ ਤਾਂ ਉਹ ਗੱਲ ਹੈ। ਜੋ ਪੈ ਰਾਮ ਰਾਮ ਰਤ ਨਾਹੀ, ਜਿਹੜੀ ਜਿਹੜੀ ਆਤਮਾ ਆਪਣੇ ਮੂਲ ਨਾਲ ਨਹੀਂ ਜੁੜੀ ਤੇ ਸਭ ਧਰਮ ਰਾਏ ਕੇ ਜਾਈ, ਉਹ ਸਭ ਧਰਮਰਾਜ ਕੋਲ ਹੀ ਜਾਣਗੇ। ਉਹ ਭਵ ਸਾਗਰ ਚੋਂ ਬਾਹਰ ਨਹੀਂ ਜਾ ਸਕਦੇ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ, ਕਾਇਆ ਰਤ ਬਹੁ ਰੂਪ ਰਚਾਈ। ਹੁਣ ਕਾਇਆ ਵੀ ਨਿਰਾਕਾਰੀ ਸ਼ਬਦ ਹੈ, ਪਰ ਪੰਡਤ ਨੇ ਬਾਹਰਲੇ ਸਰੀਰ ਨੂੰ ਕਾਇਆ ਮੰਨਿਆ ਹੋਇਆ। ਇਸੇ ਕਰਕੇ ਪਾਤਸ਼ਾਹ ਨੇ ਉਹਨਾਂ ਵਾਲਾ ਹੀ ਸ਼ਬਦ ਰੱਖ ਲਿਆ ਵੀ ਜਿਹੜਾ ਤੁਸੀਂ ਬਾਹਰ ਸਰੀਰ ਹੈ, ਤੁਸੀਂ ਉਹਨੂੰ ਕਾਇਆ ਮੰਨਦੇ ਹੋ, ਤੇ ਫਿਰ ਉਹਦਾ ਕੀ ਹਾਲ ਆ? ਕਾਇਆ ਰਤ ਬਹੁ ਰੂਪ ਰਚਾਈ। ਤੁਸੀਂ ਤਾਂ ਕਾਇਆ ਨਾਲ ਹੀ ਜੁੜ ਗਏ, ਤੁਸੀਂ ਤਾਂ ਬਾਹਰਲੇ ਸਰੀਰ ਨਾਲ ਹੀ ਜੁੜ ਗਏ। ਔਰ ਬਾਹਰਲੇ ਸਰੀਰ ਨਾਲ ਜੁੜ ਕੇ ਬਹੁ ਰੂਪ ਰਚਾਈ, ਬੜੇ ਤਰ੍ਹਾਂ ਦੇ ਭੇਖ ਪਾਲੇ। ਕਿਸੇ ਨੇ ਭਗਵਾਂ ਚੋਲਾ ਪਾ ਲਿਆ, ਉਹਨੇ ਕਹਿਤਾ ਮੈਂ ਸੰਨਿਆਸੀ ਹਾਂ। ਕਿਸੇ ਨੇ ਜਟਾਂ ਵਧਾ ਲਈਆਂ, ਉਹ ਕਹਿੰਦਾ ਮੈਂ ਜੋਗੀ ਹਾਂ। ਲੰਗੋਟ ਲਾ ਲਿਆ, ਮੈਂ ਜੋਗੀ ਹਾਂ। ਕਿਸੇ ਨੇ ਬਾਲ ਦਾੜੀ ਦੇ ਰੱਖ ਲਏ, ਮੁੱਛਾਂ ਕਟਾਤੀਆਂ, ਸਿਰ ਕਟਾਤੇ, ਉਹ ਕਹਿੰਦਾ ਮੈਂ ਮੁਸਲਮਾਨ ਹਾਂ। ਸਿੱਖਾਂ ਨੇ ਕਛਹਿਰੇ ਪਾ ਲਏ, ਦਾੜੀ ਕੇਸ ਰੱਖ ਲਏ, ਕਹਿੰਦੇ ਜੀ ਅਸੀਂ ਸਿੱਖ। ਬੜੀ ਤਰ੍ਹਾਂ ਦੇ ਰੂਪ ਰਚਾ ਲਏ, ਚੋਲੇ ਪਾ ਲਏ। ਉਹਨਾਂ ਰੂਪਾਂ ਦੇ ਨਾਲ ਲੋਕਾਂ ਨੂੰ ਜੋੜਤਾ, ਭੇਖ ਦਿਖਾਏ, ਭੇਖ ਦਿਖਾਤਾ। ਜਗਤ ਕੋ ਲੋਕ ਦੇਖਦੇ, ਲੋਗਨ ਕੋ ਵਸ ਕੀਨ, ਲੋਕਾਂ ਨੂੰ ਵਸ 'ਚ ਕਰ ਲਿਆ। ਭਾਵ ਕਿ ਲੋਕਾਂ ਦੇ ਉੱਪਰ ਪ੍ਰਭਾਵ ਪਾਤਾ, ਭੈ ਪਾਤਾ, ਲੋਕ ਨਿਕਲਦੇ ਹੀ ਨਹੀਂ। ਪਰ ਅੰਤ ਕਾਲ ਕਹਿੰਦੇ, ਅੰਤ ਨੂੰ ਜਿਹੜਾ ਹੁਕਮ ਹੈ, ਜਿਹੜੀ ਤੁਹਾਡੀ ਇੱਛਾ ਕੱਟ, ਉਹ ਨਹੀਂ ਤੁਹਾਨੂੰ ਪਛਾਣ। ਅੰਤ ਕਾਲ ਕਾਤੀ ਕਟਿਓ, ਤੁਹਾਡੀ ਇੱਛਾ ਨਹੀਂ ਤੁਹਾਨੂੰ ਕੱਟ ਦੇਣਾ। ਕਿਉਂਕਿ ਜਿਹੜਾ ਕੁਛ ਤੁਹਾਡੇ ਭਾਂਡੇ 'ਚ ਵਸਤੂ ਹੋਊਗੀ, ਉਹਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਆਹੀ ਵਸਤੂ ਹੈ। ਗਾਹਾਂ ਹੁਣ ਉੱਥੇ ਖਰੇ ਖਜ਼ਾਨੇ ਪੈਂਦੇ ਆ। ਹੁਣ ਤੇ ਖਰਾ ਤੁਹਾਡੇ ਕੋਲ ਵਸਤੂ ਨਹੀਂ, ਉਹਨਾਂ ਨੇ ਖਰੇ ਨੂੰ ਸੱਚਖੰਡ 'ਚ ਲੈ ਕੇ ਜਾਣਾ, ਤੇ ਫਿਰ ਤਾਂ ਲਿਜਾਣਾ ਨਹੀਂ। ਫਿਰ ਖੋਟੇ ਸੱਟੀ ਹੈ ਬਾਹਰ ਬਾਹਰ, ਉਹਨਾਂ ਨੇ ਭਗਾ ਕੇ ਤੁਹਾਨੂੰ ਬਾਹਰ ਮਾਰਨਾ। ਕਾਇਆ ਰਤ ਬਹੁ ਰੂਪ ਰਚਾਈ, ਕਿੰਨੇ ਰੂਪ ਰਚਾਉਂਦੇ ਆ। ਉਹਨਾਂ ਵੱਡੇ ਵੱਡੇ ਜਿਹੜੇ ਪੁਰਖ ਹੋਏ ਨੇ, ਉਹਨਾਂ ਦੀਆਂ ਰੀਸਾਂ ਕਰਦੇ ਆ, ਰਾਸ ਲੀਲਾ ਕੱਢਦੇ ਆ, ਨਾਮ ਉਹਨਾਂ ਦੇ ਵਰਤੇ ਜਾਂਦੇ ਆ। ਪਾਤਸ਼ਾਹ ਕਹਿੰਦੇ, ਤਿੰਨ ਕੋ ਦਇਆ ਸੁਪਨੇ ਪੀ ਨਾਹੀ। ਕਹਿੰਦੇ ਇਹਨਾਂ ਦੇ ਤਾਂ ਸੁਪਨੇ ਦੇ ਵਿੱਚ ਵੀ ਨਹੀਂ ਕਿਸੇ ਤੇ ਦਇਆ ਕਰਨੀ। ਕਿੱਡਾ ਵੱਡਾ ਅਟੈਕ ਹੈ ਧਾਰਮਿਕ ਲੋਕਾਂ ਤੇ, ਕਿ ਧਾਰਮਿਕ ਲੋਕ ਇੰਨਾ ਕੁਛ ਇਕੱਠਾ ਕਰਦੇ ਆ ਧਰਮ ਦੇ ਨਾਂ ਤੇ। ਜਦੋਂ ਕਿਸੇ ਨੂੰ ਦੇਣਾ ਹੁੰਦਾ, ਫਿਰ ਕੋਈ ਨਹੀਂ ਅੱਗੇ ਆਉਂਦਾ। ਦੇਣ ਵਾਸਤੇ ਉਹ ਲੋਕ ਸਮਾਜ ਦੇ ਵਿੱਚ ਅੱਗੇ ਆਉਂਦੇ ਆ ਜਿਹੜੇ ਸਮਾਜਿਕ ਲੋਕ ਨੇ। ਜੇ ਧਾਰਮਿਕ ਲੋਕ ਵੀ ਕੁਛ ਦਿੰਦੇ ਆ ਤਾਂ ਨਾ ਆਪਣਾ ਰੱਖਦੇ, ਲੈਂਦੇ ਤਾਂ ਉਹਨਾਂ ਸਮਾਜਿਕ ਲੋਕਾਂ ਤੋਂ ਹੀ ਨੇ। ਕਿਉਂਕਿ ਧਾਰਮਿਕ ਲੋਕਾਂ ਦੇ ਅੰਦਰ ਦਇਆ ਨਹੀਂ ਹੁੰਦੀ। ਜਿਹੜੇ ਸੰਸਾਰੀ ਧਾਰਮਿਕ ਨੇ, ਜਿਹੜਾ ਨਿਰਾਕਾਰੀ ਧਾਰਮਿਕ ਹੈ, ਜਿਹੜਾ ਅਸਲੀ ਧਾਰਮਿਕ ਪੁਰਸ਼ ਹੈ, ਉਹਦੇ ਅੰਦਰ ਦਇਆ ਹੁੰਦੀ ਹੈ। ਦਇਆ ਜਾਣੇ ਜੀ ਕੀ, ਉਹ ਤਾਂ ਜੀ ਤੇ ਦਇਆ ਕਰਦਾ ਹੈ, ਉਹ ਜੰਤ ਤੇ ਨਹੀਂ ਕਰਦਾ। ਜੰਤ ਤੇ ਉਹਨੂੰ ਪਤਾ ਵੀ ਸਭ ਤੇ ਹੋ ਰਹੀ ਹੈ, ਪਰਮੇਸ਼ਰ ਕਰ ਰਿਹਾ। ਜੀ ਤੇ ਦਇਆ ਕਰਦਾ ਹੈ। ਜੀ ਦਇਆ ਪ੍ਰਵਾਨ ਹੈ। ਜੀ ਹੈ ਸਾਡੀ ਆਤਮਾ। ਆਤਮਾ ਨੂੰ ਕੋਈ ਸੋਝੀ ਕਰਾਵੇ ਪਰਮਾਰਥ ਦੀ, ਆਤਮਾ ਨੂੰ ਕੋਈ ਸੱਚ ਨਾ ਜੋੜ ਦੇਵੇ, ਆਤਮਾ ਨੂੰ ਉਹਨੂੰ ਆਪ ਦੇ ਮੂਲ ਨਾਲ ਹੀ ਜੋੜੇ, ਆਤਮਾ ਦੇ ਅੰਦਰੋਂ ਵਿਕਾਰ ਕੱਢੇ, ਆਤਮਾ ਦੇ ਅੰਦਰੋਂ ਵਾਸ਼ਨਾਵਾਂ ਕੱਢੇ, ਆਤਮਾ ਦੇ ਅੰਦਰੋਂ ਸੰਸਾਰ ਦੀ ਪਕੜ ਘਟਾ ਦੇਵੇ, ਉਹ ਹੈ ਦਇਆ। ਪਾਤਸ਼ਾਹ ਕਹਿੰਦੇ, ਤਿੰਨ ਕੋ ਦਇਆ ਸੁਪਨੇ ਵੀ ਨਾਹੀ। ਕਹਿੰਦੇ ਉਹਨਾਂ ਦੇ ਸੁਪਨੇ 'ਚ ਵੀ ਨਹੀਂ ਆਉਂਦੀ ਇਹ ਗੱਲ ਵੀ ਅਸੀਂ ਐਂ ਵੀ ਕਰਨਾ। ਉਹ ਤਾਂ ਸਰੀਰਾਂ ਤੇ ਦਇਆ ਕਰਨ ਨੂੰ ਦਇਆ ਮੰਨ ਲਈ, ਕਿਉਂਕਿ ਉਹਨਾਂ ਨੇ ਕਾਇਆ ਸਰੀਰ ਨੂੰ ਮੰਨ ਲਿਆ, ਜਦ ਕਿ ਕਾਇਆ ਤਾਂ ਆਤਮਾ ਹੈ। ਤਿੰਨ ਕੋ ਦਇਆ ਸੁਪਨੇ ਵੀ ਨਾਹੀ, ਸੁਪਨੇ ਦੇ ਵਿੱਚ ਵੀ ਨਹੀਂ। ਦਇਆ ਬਿਨ ਸਿੱਧ ਕਸਾਈ। ਕਹਿੰਦੇ ਦਇਆ ਤੋਂ ਬਿਨਾਂ ਤੁਸੀਂ ਕਾਹਦੇ ਸਿੱਧ ਹੋ? ਤੁਸੀਂ ਤਾਂ ਕਸਾਈ ਹੋ, ਲੋਕਾਂ ਨੂੰ ਡਰਾਉਨੇ ਹੋ ਵੀ ਜੇ ਆਹ ਨਾ ਦਿੱਤਾ ਐਂ ਹੋ ਜਾਊਗਾ, ਜੇ ਤੂੰ ਸਾਨੂੰ ਛੱਡ ਕੇ ਚਲੇ ਗਿਆ ਤੈਨੂੰ ਸ਼ਰਾਪ ਲੱਗੂਗਾ।
ਕਿੰਨੇ ਕਿੰਨੇ ਪੈਸੇ ਦਿੰਦੇ ਆ, ਅਗਲੇ ਡਰ ਜਾਂਦੇ ਆ। ਹੁਣ ਕਿਸੇ ਨੂੰ ਭੈ 'ਚ ਰੱਖਣਾ ਕੀ ਚੰਗੀ ਗੱਲ ਹੈ? ਕਿਸੇ ਨੂੰ ਭੈ ਮੁਕਤ ਕਰਨਾ ਚੰਗੀ ਗੱਲ ਹੈ? ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ, ਗੁਰ ਸਾਹਿਬਾਨਾਂ ਨੇ ਭੈ ਮੁਕਤ ਕੀਤੇ। ਕਹਿੰਦੇ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਕਿਉਂ ਭੈ ਦਿੰਦੇ ਹੋ ਕਿਸੇ ਨੂੰ? ਕਿਉਂ ਕਿਸੇ ਦੀ ਭੈ ਲੈਂਦੇ ਹੋ? ਭੈ ਦੇਣ ਵਾਲਾ ਹੰਕਾਰੀ ਹੁੰਦਾ, ਭੈ ਲੈਣ ਵਾਲਾ ਗੁਨਾਹਗਾਰ ਹੁੰਦਾ। ਗੁਰਮੁਖ ਹੈ ਜਿਹੜਾ, ਨਾ ਉਹ ਗੁਨਾਹਗਾਰ ਹੈ ਨਾ ਉਹ ਹੰਕਾਰੀ ਹੈ। ਦੋਨੇ ਚੀਜ਼ਾਂ ਨਹੀਂ ਗੁਰਮੁਖ ਦੇ ਅੰਦਰ। ਨਾ ਉਹਦੇ ਨੇ ਕੋਈ ਗੁਨਾਹ ਕੀਤਾ, ਨਾ ਉਹ ਕਿਸੇ ਤੇ ਹੰਕਾਰੀ ਬਿਰਤੀ ਰੱਖਦਾ। ਆਮ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹਨਾਂ 'ਚ ਦੋਨੇ ਚੀਜ਼ਾਂ ਹੁੰਦੀਆਂ ਨੇ। ਉਹ ਹੰਕਾਰੀ ਵੀ ਹੁੰਦੇ ਆ ਤੇ ਗੁਨਾਹਗਾਰ ਵੀ ਹੁੰਦੇ ਆ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਕਿਉਂਕਿ ਉਹਨੇ ਪੜਿਆ ਹੋਇਆ ਕੁਛ, ਉਹ ਜਾਣਦਾ ਪੜ੍ਹੀ ਹੋਈ ਲਿਖੀ ਗੱਲ ਨੂੰ ਜਾਣ ਕੇ ਰਸਤਾ ਗਲਤ ਦੱਸ ਰਿਹਾ, ਕਿਸੇ ਦਾ ਜੀਵਨ ਖੋਟਾ ਕਰ ਰਿਹਾ। ਚਾਰ ਚਰਨ ਕਹਿ ਬਹੁ ਆਗਰ, ਸਾਧੂ ਸੁਖ ਪਾਵੈ ਕਲ ਸਾਗਰ। ਹੁਣ ਚਾਰ ਚਰਨ ਨੇ ਧਰਮ ਦੇ, ਚਾਰ ਪਦਾਰਥ ਨੇ। ਅੱਜ ਤੱਕ ਜਿੰਨੀਆਂ ਵੀ ਗੁਰਬਾਣੀ ਦੇ ਟੀਕੇ ਕੀਤੇ ਗਏ, ਜਿੰਨਿਆਂ ਨੇ ਵੀ ਕੀਤੇ ਨੇ, ਔਰ ਜਿੰਨੇ ਵੀ ਅੱਜ ਤੱਕ ਸਿੱਖ ਮਤ ਦੇ ਵਿੱਚ ਧਾਰਮਿਕ ਆਗੂ ਨੇ, ਚਾਹੇ ਉਹ ਕੋਈ ਸੰਤ ਹੈ, ਰਾਗੀ ਹੈ, ਢਾਡੀ ਹੈ, ਪ੍ਰਚਾਰਕ ਹੈ, ਕਥਾਵਾਚਕ ਹੈ, ਮਸ਼ੀਨਰੀ ਹੈ, ਇਤਿਆਦ ਹੋਰ ਵੀ ਜਿੰਨੇ ਵੀ ਨੇ, ਉਹਨਾਂ ਨੂੰ ਕਿਸੇ ਨੂੰ ਵੀ ਤੁਸੀਂ ਪੁੱਛ ਲਿਓ ਕਿ ਚਾਰ ਪਦਾਰਥ ਕਿਹੜੇ ਹੈ ਜੀ। ਗੁਰਬਾਣੀ 'ਚ ਬਚਨ ਆਉਂਦਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗ। ਵੀ ਜੇ ਕੋਈ ਚਾਰ ਪਦਾਰਥ ਚਾਹੁੰਦਾ ਉਹ ਸਾਧ ਦੀ ਸੇਵਾ ਵਿੱਚ ਲੱਗੇ। ਪਰ ਅੱਜ ਪਤਾ ਨਹੀਂ ਪੰਜਾਬ ਦੇ ਅੰਦਰ ਕਰੋੜਾਂ ਹੀ ਸਾਧ ਨੇ, ਔਰ ਕਰੋੜਾਂ ਹੀ ਸਾਧਾਂ ਦੀ ਸੇਵਾ ਵਿੱਚ ਲੋਕ ਲੱਗੇ ਹੋਏ ਨੇ, ਪਰ ਨਾ ਸਾਧ ਨੂੰ ਪਤਾ ਚਾਰ ਪਦਾਰਥ ਕੀ ਨੇ, ਨਾ ਜਿਹੜੇ ਸੇਵਾ 'ਚ ਲੱਗੇ ਉਹਨਾਂ ਨੂੰ। ਔਰ ਜਿਹੜੇ ਚਾਰ ਪਦਾਰਥ ਉਹਨਾਂ ਨੂੰ ਪਤਾ ਨੇ, ਉਹ ਦੱਸੇ ਹੋਏ ਨੇ, ਉਹ ਚਾਰੇ ਗੁਰਬਾਣੀ ਤੋਂ ਉਲਟ ਨੇ। ਤੁਸੀਂ ਜਿਹਨੂੰ ਮਰਜ਼ੀ ਪੁੱਛੋ ਚਾਰ ਪਦਾਰਥ, ਤੁਹਾਨੂੰ ਕਹਿਣਗੇ ਧਰਮ, ਅਰਥ, ਕਾਮ, ਮੋਖ। ਇਹ ਜੀ ਚਾਰ ਪਦਾਰਥ ਨੇ। ਗੁਰਬਾਣੀ 'ਚ ਵੀ ਆਉਂਦਾ, ਧਰਮ ਅਰਥ ਕਾਮ ਮੋਖ ਕਾ ਦਾਤਾ, ਸਿਮਰ ਸਿਮਰ ਪਈ ਪੂਰਨ ਪਈ ਵਿਦਾਤਾ। ਪਰ ਉੱਥੇ ਗੱਲ ਕਿਸੇ ਤੇ ਅਟੈਕ ਕੀਤੀ ਹੈ ਜਿਹੜਾ ਕੋਈ ਇਹਨੂੰ ਮੰਨ ਰਿਹਾ। ਉਹ ਚਾਰ ਪਦਾਰਥ ਪੰਡਿਤ ਮੰਨਦਾ ਹੈ। ਪੰਡਿਤ ਨੇ ਸ਼ਰਾਰਤ ਕੀ ਕੀਤੀ ਹੋਈ ਹੈ, ਉਹਨੇ ਦੋ ਅਸਲੀ ਰੱਖ ਲਏ, ਦੋ ਨਕਲੀ ਰੱਖ ਲਏ। ਧਰਮ ਅਸਲੀ ਹੈ, ਮੋਖ ਅਸਲੀ ਹੈ, ਅਰਥ ਕਾਮ ਨਕਲੀ ਹੈ। ਉਹ ਗੱਲ ਕਰ ਲਈ ਕਿ ਬੋਤਲ ਦੇ ਉੱਪਰ ਲੇਵਲ ਹੈ ਜਿਹੜਾ, ਜਾਂ ਡੱਬੇ ਦੇ ਉੱਪਰ ਲੇਵਲ ਹੈ ਦੇਸੀ ਘਿਓ ਦਾ, ਵਿੱਚ ਡਾਲਡਾ। ਡੱਬੇ ਦੀ ਪੈਕਿੰਗ ਇੰਨੀ ਇੰਟਰੈਕਟ ਕਰਦੀ ਹੈ ਬੰਦੇ ਨੂੰ ਕਿ ਬੰਦਾ ਖਿੱਚਿਆ ਜਾਂਦਾ ਹੈ, ਪਰ ਉਹਦੇ ਵਿੱਚ ਜਿਹੜੀ ਵਸਤੂ ਹੈ ਉਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਅੱਜ ਧਾਰਮਿਕ ਲੋਕਾਂ ਦਾ ਜਿਹੜਾ ਡੱਬਾ ਹੈ ਉਹ 'ਤੇ ਲੇਬਲ ਐਡਾ ਵਧੀਆ ਲੱਗਿਆ ਹੋਇਆ, ਲੋਕ ਖਿੱਚੇ ਜਾਂਦੇ ਹੈ। ਲੋਕ ਉਹਨਾਂ ਤੋਂ ਵਸਤੂ ਲੈਂਦੇ, ਉਹ ਵਸਤੂ ਲੈ ਕੇ ਜਦੋਂ ਆਪਣੇ ਹਿਰਦੇ 'ਚ ਜਾਂਦੇ ਤਾਂ ਉਹਨਾਂ ਦੀ ਜਿਹੜੀ ਆਤਮ ਹੈ ਉਹਨੂੰ ਰੋਗ ਲੱਗਦੇ ਹੈ, ਕਮਜ਼ੋਰ ਹੁੰਦੀ ਹੈ, ਵਾਸ਼ਨਾਵਾਂ ਵੱਧਦੀਆਂ ਨੇ, ਵਿਕਾਰ ਵੱਧਦੇ ਹੈ, ਕਿਉਂਕਿ ਜਿਹੜੀ ਵਸਤੂ ਹੈ ਉਹ ਗਲਤ ਹੈ, ਉਹ ਵਸਤੂ ਸਹੀ ਨਹੀਂ ਹੈ। ਫਿਰ ਉਹ ਨੁਕਸ ਪਾਉਂਦੀ ਹੈ। ਜੀਵ ਪੜ੍ਹੇ ਗੁਰਬਾਣੀ ਤੇ ਉਹ ਨਿੰਦਿਆ ਕਰੇ, ਜੀਵ ਪੜ੍ਹੇ ਗੁਰਬਾਣੀ ਉਹ ਬੁਰਾ ਸੋਚੇ, ਜੀਵ ਪੜ੍ਹੇ ਗੁਰਬਾਣੀ ਉਹ ਕਿਸੇ ਨੂੰ ਗਲਤ ਰਾਹ ਤੇ ਪਾਵੇ, ਜੀਵ ਪੜ੍ਹੇ ਗੁਰਬਾਣੀ ਉਹ ਝੂਠ ਬੋਲੇ। ਹੋ ਹੀ ਨਹੀਂ ਸਕਦਾ, ਪਰ ਸਾਡੇ ਤਾਂ ਹੋ ਰਿਹਾ। ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਹੀ ਜਾਤੀ ਬਾਤ ਤੂੰ ਤਾਂ ਕਰ ਰਿਹਾ। ਫਿਰ ਉਹੀ ਗੱਲ ਹੋ ਗਈ ਨਾ ਵੀ ਡੱਬਾ ਹੀ ਹੈ ਗੁਰਬਾਣੀ, ਲੇਬਲ ਗੁਰਬਾਣੀ ਦਾ ਹੀ ਹੈ, ਪਰ ਜਦੋਂ ਗੁਰਬਾਣੀ ਨੂੰ ਅਰਥਾਇਆ ਜਾਂਦਾ, ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ,
ਉਹ ਸਾਰੀ ਡੁਪਲੀਕੇਟ ਹੈ। ਉਹ ਹੰਕਾਰ ਖਤਮ ਨਹੀਂ ਕਰਦੀ, ਵਧਾਉਂਦੀ ਹੈ। ਉਹ ਲੋਭ ਖਤਮ ਨਹੀਂ ਕਰਦੀ, ਵਧਾਉਂਦੀ ਹੈ। ਉਹ ਮੋਹ ਖਤਮ ਨਹੀਂ ਕਰਦੀ, ਵਧਾਉਂਦੀ ਹੈ। ਚਾਰ ਚਰਨ ਕਹਿ ਬਹੁ ਆਗਰ, ਬੜੇ ਸਿਆਣੇ ਨੇ ਕਹਿੰਦੇ। ਦੇਖੋ ਹੁਣ ਤੇ ਚਾਰ ਚਰਨ ਸ਼ਬਦ ਲਿਖਿਆ ਹੈ। ਹੁਣ ਅਸੀਂ ਆਪਣੀ ਸੁਰਤ ਦੇ ਵਿੱਚ ਕੀ ਵਸਾਇਆ ਹੈ, ਜਿਹੜੇ ਚਰਨ ਨੇ ਵੀ ਉਹ ਪੈਰਾਂ ਨੂੰ ਕਹਿੰਦੇ ਆ। ਹੁਣ ਇੱਥੇ ਚਾਰ ਚਰਨ ਲਿਖਤਾ ਵੀ ਕੀ ਚਾਰ ਪੈਰ ਹੁੰਦੇ ਆ? ਸਾਨੂੰ ਤਾਂ ਇਹੀ ਕਹਿੰਦੇ ਵੀ ਚਰਨਾਂ ਦਾ ਧਿਆਨ ਕਰੋ, ਤੇ ਹੁਣ ਇੱਥੇ ਵੀ ਤਾਂ ਚਰਨ ਸ਼ਬਦ ਹੀ ਹੈ। ਫਿਰ ਇਹ ਚਾਰ ਚਰਨ ਕਿਹੜੇ ਆ ਬਈ? ਮਨੁੱਖ ਦੇ ਤਾਂ ਦੋ ਹੀ ਹੁੰਦੇ ਆ, ਚਾਰ ਤਾਂ ਫਿਰ ਪਸ਼ੂਆਂ ਦੇ ਹੁੰਦੇ। ਇੱਥੋਂ ਪਤਾ ਲੱਗਦਾ ਵੀ ਚਰਨਾਂ ਦਾ ਅਰਥ ਕੀ ਹੈ। ਚਾਰ ਚਰਨ, ਚਾਰ ਗੁਣ ਨੇ। ਜਿਹੜੇ ਸਾਡੇ ਗਲੇ ਹੋਏ ਨੇ, ਚਾਰ ਸਾਡੇ ਸੁਰਜੀਤ ਨੇ। ਹਰ ਵਿਸਰਤ ਤੇਰੇ ਗੁਣ ਗਲਿਆ। ਹਰ ਨੂੰ ਛੱਡ ਕੇ ਜਿਹਨੇ ਹਰੇ ਕਰਨੇ ਸੀ ਉਹਨੂੰ ਛੱਡਤਾ। ਵਿਸਰਿਆ ਜਿਨੀ ਨਾਮ, ਜਿਨ੍ਹਾਂ ਨੂੰ ਨਾਮ ਵਿਸਰ ਗਿਆ, ਹਰ ਵਿਸਰ ਗਿਆ। ਸੇ ਭੋਏ ਭਾਰ ਥੀਏ, ਉਹਨਾਂ ਦੇ ਹਿਰਦੇ ਵਿੱਚ ਭਾਰ ਹੈ। ਭਾਰ ਕਾਹਦਾ? ਹਉਮੈ ਮੋਹ ਭਰਮ ਭੈ ਪਹਾਰ। ਉਹਨਾਂ ਦਾ ਹਿਰਦਾ ਭਾਰ ਥਲੇ ਦੱਬਿਆ ਪਿਆ। ਚਾਰ ਚਰਨ ਕਹਿ ਬਹੁ ਆਗਰ। ਬੜਾ ਲੋਕਾਂ ਨੂੰ ਚਾਰਾਂ ਪਦਾਰਥਾਂ ਦੀ ਗੱਲ ਕਰਦੇ ਆ ਵੀ ਚਾਰ ਚਰਨ ਹੁੰਦੇ ਆ ਜੀ ਧਰਮ ਦੇ। ਪਰ ਸਾਧੂ ਸੁਖ ਪਾਵਹਿ ਕਲ ਸਾਗਰੇ, ਨਿਸ਼ਾਨੀ ਹੈ ਕਿ ਜਿਹੜੇ ਨੇ ਚਾਰ ਚਰਨਾਂ ਨੂੰ ਅੱਗੇ ਰੱਖਿਆ, ਜਿਨ੍ਹਾਂ ਨੇ ਚਾਰ ਪਦਾਰਥ ਪ੍ਰਾਪਤ ਕਰ ਲਏ, ਸੰਯੁਕਤ ਹੋ ਕੇ ਇੱਕ ਹੋ ਗਿਆ, 8 ਗੁਣ ਪੂਰੇ ਧਾਰਨ ਕਰ ਗਏ, ਉਹਨੇ ਇੱਕ ਹੋ ਕੇ ਆਗਰ ਆਪਣੇ ਅੱਗੇ ਹੁਕਮ ਨੂੰ ਰੱਖਿਆ, ਉਹ ਹੈ ਸਾਧੂ, ਉਹ ਹੈ ਸ਼ੁੱਧ। ਹੁਣ ਸਾਧੂ ਸ਼ਬਦ ਆਇਆ ਇੱਥੇ, ਸਾਧ ਨਹੀਂ ਆਇਆ। ਸਾਧ ਪਹਿਲਾਂ ਹੀ ਮਨ ਸਾਧ ਕਰ ਲਿਆ। ਜਦੋਂ ਮਨ ਸਾਧਿਆ ਗਿਆ ਉਹ ਸਾਧੂ ਬਣ ਗਿਆ, ਕਿਉਂਕਿ ਉਹ ਪ੍ਰਾਤਮਾ ਸੱਚਖੰਡ ਨਾਲ ਕੰਡਕਟ ਹੋ ਗਈ, ਉਹਨਾਂ ਨਾਲ ਮੇਲ ਹੋ ਗਿਆ। ਹੁਣ ਉੱਥੇ ਪਤਾ ਨਹੀਂ ਕਿੰਨੀਆਂ ਕਿੰਨੇ ਆਤਮਾਵਾਂ, ਇਹਦੇ ਅੰਦਰ ਵੀ ਉਹੀ ਆਤਮਾ, ਉਹਨਾਂ ਨੂੰ ਕਨੈਕਟ ਹੋ ਗਈ। ਉਹ ਵੀ ਸੁੱਖ ਨੇ। ਸਾਧੂ ਸੁੱਖ ਪਾਵ ਹੈ, ਉਹ ਫਿਰ ਸਾਰੇ ਸੁੱਖ ਪਾਉਂਦੇ ਆ। ਕਲ ਸਾਗਰ, ਆ ਜਿਹੜਾ ਕਲਪਨਾ ਦਾ ਸਾਗਰ ਹੈ, ਭਵ ਸਾਗਰ ਹੈ, ਇਹਦੇ ਅੰਦਰ ਜਿਹੜਾ ਗੁਰਮੁਖ ਹੁੰਦਾ, ਸਾਧੂ ਹੁੰਦਾ, ਜਿਹਦੇ ਕੋਲ ਮਾਇਆ ਦਾ ਸਰੀਰ ਵੀ ਹੈ, ਉਹ ਸਰੀਰ 'ਚ ਰਹਿੰਦਾ ਹੋਇਆ ਵੀ ਸੁੱਖ ਪਾਉਂਦਾ ਹੈ। ਕਿਉਂਕਿ ਉਹਨੂੰ ਅਸਲੀ ਸਰੀਰ ਦਾ ਪਤਾ ਲੱਗ ਜਾਂਦਾ ਵੀ ਅਸਲੀ ਸਰੀਰ ਤਾਂ ਇਹ ਤਾਂ ਨਕਲੀ, ਇਹ ਤਾਂ ਕੱਪੜਾ। ਉਹ ਇਹਨੂੰ ਕੱਪੜਾ ਸਮਝਣ ਲੱਗ ਜਾਂਦਾ, ਅਸਲੀ ਸਰੀਰ ਦਾ ਪਤਾ ਲੱਗ ਜਾਂਦਾ। ਦੇਹੀ ਗੁਪਤ, ਉਹਨੂੰ ਜਿਹੜੀ ਗੁਪਤ ਦੇਹੀ ਉਹਦਾ ਪਤਾ ਲੱਗ ਜਾਂਦਾ। ਬਦੇਹੀ ਦੀਸਾ, ਉਹਨੂੰ ਪਤਾ ਲੱਗਦਾ ਵੀ ਇਹਦਾ ਬਦੇਹੀ ਹੈ। ਸਾਧੂ ਸੁਖ ਪਾਵ ਹੈ ਕਲ ਸਾਗਰ, ਇਸ ਕਲਪਨਾ ਦੇ ਸਾਗਰ ਅੰਦਰ, ਅੱਗ ਦੇ ਸਾਗਰ ਅੰਦਰ ਉਹੀ ਆਤਮਾ ਪ੍ਰਸੰਨ ਹੈ, ਸ਼ਾਂਤੀ ਵਿੱਚ ਹੈ, ਜਿਹਦੇ ਕੋਲ ਚਾਰ ਚਰਨ ਨੇ। ਕਹੋ ਕਬੀਰ ਬਹੁ ਕਾਏ ਕਰੀਜੈ। ਹੁਣ ਕਬੀਰ ਸਾਹਿਬ ਜੀ ਕਹਿੰਦੇ, ਬਾ ਸੱਚਖੰਡ ਵੱਲੋਂ ਹੁਕਮ ਹੋਇਆ ਵੀ ਹੋਰ ਕੀ ਕਰਦੇ ਫਿਰਦੇ ਹੋ ਤੁਸੀਂ, ਬਹੁ ਕਾਏ ਕਰੀਜੈ, ਵੀ ਇੰਨਾ ਕੁਛ ਕਿਹੜੇ ਚੱਕਰ 'ਚ ਪੈ ਗਏ ਤੁਸੀਂ। ਸਰਵਸ ਛੋੜ ਮਹਾਰਸ ਪੀਵੈ। ਕਹਿੰਦੇ ਆ ਜਿਹੜੇ ਹੋਰ ਰਸ ਨੇ ਨਾ, ਆਲੇ ਦੁਆਲੇ ਨੂੰ ਲੈਂਦੇ, ਕਿਸ ਤੋਂ ਕਦੇ ਸੁਣ ਲਿਆ, ਕਦੇ ਕਿਸ ਤੋਂ ਕੁਛ ਸੁਣ ਲਿਆ, ਉਹਦੀਆਂ ਗੱਲਾਂ ਸੁਣ ਲਈਆਂ, ਉਹ ਚੰਗੀਆਂ ਲੱਗੀਆਂ, ਉਹ ਮੰਨਣ ਲੱਗ ਗਏ, ਉਹ ਤੋਂ ਸੁਣ ਲਿਆ, ਦੂਜੇ ਤੋਂ ਦੂਜੀ ਦਾ ਮੰਨਣ ਲੱਗ ਗਏ। ਤੁਸੀਂ ਕਿਸੇ ਦੀਆਂ ਗੱਲਾਂ ਸੁਣ ਕੇ ਕਿਉਂ ਮੰਨਦੇ ਹੋ? ਤੁਸੀਂ ਆਪ ਦੇਖੋ ਵੀ ਅਸੀਂ ਕਹੇ ਜੀ। ਨਾਨਕ ਪਰਖੈ ਆਪ ਕੋ, ਆਪਣੇ ਆਪ ਨੂੰ ਪਰਖੋ ਤੁਸੀਂ। ਸਰਵਸ ਛੋੜ, ਕਹਿੰਦੇ ਉਹ ਛੱਡੋ, ਪਹਿਲਾਂ ਤਾਂ ਉਹ ਸਾਰਾ ਕੁਝ ਹੀ ਛੱਡੋ, ਸਭ ਕੁਝ ਛੋੜ, ਸਭ ਕੁਝ ਛੋੜ। ਮੈਂ ਇੱਕ, ਤੂੰ ਹੀ ਤੇ ਹੋਇਆ। ਸਾਰਾ ਕੁਝ ਛੱਡਿਆ ਜਦੋਂ ਫਿਰ ਇੱਕ ਹੋਇਆ, ਫਿਰ ਇਹਨੂੰ ਪਤਾ ਲੱਗਿਆ ਵੀ ਤੂੰ ਹੀ ਹੈ। ਧਿਆਇਆ, ਇਹ ਧਿਆਨ ਰੱਖਿਆ ਕਿ ਮੈਂ ਹੀ ਸਭ ਕੁਛ ਹਾਂ, ਹੋਰ ਨਹੀਂ ਕੁਛ ਵੀ। ਸਰਵਸ ਛੋੜ। ਹੁਣ ਇੱਥੇ ਕੀ ਲਿਖਤਾ ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ। ਹੁਣ ਜੇ ਸਾਰੇ ਪਦਾਰਥਾਂ ਦਾ ਮੋਹ ਛੱਡ ਦਾਂਗੇ ਤਾਂ ਫਿਰ ਸਰੀਰ ਕਿਵੇਂ ਬਚੂਗਾ ਜਿਹੜਾ ਬਾਹਰ ਦਿੰਦਾ?
ਇਹਦੇ ਲਈ ਤਾਂ ਰੋਟੀ ਕੱਪੜਾ ਚਾਹੀਦਾ ਹੈ। ਸਰਬ ਤਰ੍ਹਾਂ ਦੇ ਰਸ ਆਤਮਾ ਨੇ ਛੱਡਣੇ। ਕਮਜ਼ੋਰ ਤਾਂ ਆਤਮ ਹੈ, ਰੋਗੀ ਤਾਂ ਆਤਮ ਹੈ, ਸਰੀਰ ਥੋੜ੍ਹਾ ਰੋਗੀ ਹੈ। ਜੇ ਸਰੀਰ ਨੂੰ ਕੋਈ ਰੋਗ ਲੱਗਦਾ ਉਹਦੀ ਦਵਾਈ ਦਾਰੂ ਬਾਹਰ ਹੈਗੀ ਹੈ। ਸਰੀਰ ਨੂੰ ਤੰਦਰੁਸਤ ਰੱਖਣਾ ਖੁਰਾਕਾਂ ਹੈਗੀਆਂ ਨੇ। ਸਰੀਰ ਨਾਲ ਸੰਬੰਧ ਨਹੀਂ ਹੈ, ਧਰਮ ਦਾ ਸੰਬੰਧ ਹੈ ਆਤਮਾ ਨਾਲ। ਸ਼ਬਦ ਦਾ ਸੰਬੰਧ ਹੈ ਆਤਮਾ ਨਾਲ। ਆਤਮਾ ਦੇ ਪਰਥਾਏ ਚੱਲਦਾ ਹੈ ਸਰੀਰ, ਜੋ ਆਤਮਾ ਕਹਿੰਦੀ ਹੈ ਸਰੀਰ ਉਵੇਂ ਕਰਦਾ ਹੈ। ਸਰਵਸ ਛੋੜ ਮਹਾਰਸ ਪੀਜੈ। ਮਹਾਰਸ ਹੈ ਨਾਮ, ਹੁਕਮ, ਉਹਦੀ ਰਜ਼ਾ, ਉਹਦਾ ਪਾਣਾ। ਪੀਜੈ ਕਹਿੰਦੇ ਉਹਨੂੰ ਪੀ, ਉਹਨੂੰ ਮਾਣ, ਉਹਦੇ ਅਨੁਸਾਰ ਚੱਲ। ਬਾਕੀ ਦਾ ਸਭ ਮਾਇਆ ਛੱਡ ਦੇ, ਇਹਨਾਂ 'ਚ ਕੁਛ ਨਹੀਂ ਰੱਖਿਆ ਹੋਇਆ। ਸੋ ਹੇ ਮੇਰੇ ਮਨਾ, ਗੁਰਬਾਣੀ ਤੈਨੂੰ ਬਾਰ-ਬਾਰ ਸਮਝਾਉਂਦੀ ਹੈ ਤਾਂ ਤੂੰ ਗੁਰਬਾਣੀ ਦੀ ਗੱਲ ਸਮਝ, ਗੁਰਬਾਣੀ ਦੇ ਅਨੁਸਾਰ ਚੱਲ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਇੱਥੋਂ ਤੱਕ ਅੱਜ ਦੀ ਵਿਚਾਰ ਸੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।